चलो कोई हेलो। नहीं। हेलो। हेलो अस्सलाम वालेकुम सर। की हाल है मेरा पुत्र? बेजी ठीक है? हाँ जी सर जी, तेल पवा लो। क्यों? ਹਕੂਮਤ ਨਾਲ ਚੱਲ ਰਿਹਾ ਹੈ, ਤੇਲ ਬੰਦ ਹੋ ਜਾਣਾ ਚਾਹੋ 5 ਦਿਨਾਂ ਨੂੰ। रफड़ पै गया पंप वाले का? ਰੱਫੜ ਪੈ ਗਿਆ ਪੰਪ ਵਾਲਿਆਂ ਦਾ। ओए असी की तेल पवाना मेरा पुत्र? हुकूमत ते सानू तेल दी खलोती है। ਉਹ ਸਰ ਜੀ, ਹਕੂਮਤ ਨੇ ਤਾਂ ਤੇਲ ਦਿੱਤਾ ਹੀ ਦਿੱਤਾ ਹੈ, हूँ। ਆਵਾਮ ਵੀ ਭੁੱਖੀ ਮਾਰ ਰਹੀ ਹੈ। मेरी गल सुन अपना पुत्री, मैनू ये दस एक किधर जा रही है गवर्नमेंट? ਗੌਰਮੈਂਟ ਕਹਿ ਰਹੀ ਗਰੀਬ ਮਕਾਓ। बहुत अच्छे मेरा पुत्र। ते वैसे ही जहाज उड़ा के ते साढ़े ते स्प्रे कर देन, इंज ते गरीब थोड़ी मुकने ने। भई आपस ਵਿੱਚ ਲੜੋ ਮਰੋ, ਸਾਡਾ ਤੇਲ ਤੇ ਬੰਦ ਨਾ ਕਰੋ। ਕੋਈ ਤਰੀਕਾ ਕਰਨ ਵਾਲਾ। ਤੁਸੀਂ ਐਵੇਂ ਕਰੋ, ਤੇਲ ਪਵਾ ਲਵੋ। ਮੇਰਾ ਪੁੱਤਰ ਹੁਣ ਮੈਂ ਮੋਟਰਸਾਈਕਲ ਹੀ ਤੇ ਪਵਾ ਲਿਆ, ਹੁਣ ਕੋਈ ਹੋਰ ਜਗ੍ਹਾ ਵੇਖਣਾ ਵੀ ਕੋਈ ਰਹਿ ਗਈ ਤੇ ਉੱਥੇ ਵੀ ਪਵਾ ਲੈਣਾ। ਲੱਖ ਲਾਣਾ ਤੇ ਬਾਈ ਚੰਗੀ ਹਕੂਮਤ ਆਈ ਵੀ ਸਾਡਾ ਤੇ ਤੇਲ ਨਿਕਲ ਗਿਆ। ਦੱਸੋ, ਬਲਕਿ ਅਸੀਂ ਤੇ ਤੇਲੋਂ ਤੇਲ ਹੋ ਗਏ। ਵੈਸੇ ਤੂੰ ਇੱਕ ਫੋਨ ਕਰ ਅਮਰੀਕਾ ਦੇ ਵਿੱਚ ਉਹ ਕੰਪਨੀ ਨੂੰ, ਉਹ ਜਿਹੜੇ ਮੋਟਰਸਾਈਕਲ ਨਹੀਂ ਬਣਾਉਂਦੇ ਜਾਪਾਨ ਵਾਲੇ, ਉਹਨਾਂ ਨੂੰ ਕਹਾ ਵੀ ਸਰੋਂ ਦੇ ਤੇਲ ਦੀ ਚੱਲਣ ਵਾਲੀ ਕੋਈ ਮੋਟਰਸਾਈਕਲ ਜਾਂ ਕਾਰ ਹੈ ਤੇ ਸਾਡੇ ਮੁਲਕ ਨੂੰ ਦਿਓ, ਕਿਉਂਕਿ ਇੱਥੇ ਤੇਲ ਵਾਲਾ ਮਸਲਾ ਤੇ ਸਾਡੇ ਤੇ ਬੜਾ ਔਖਾ ਹੈ। ਸਰ ਇੱਥੇ ਪਾਣੀ ਵਾਲੀ ਉਹਨਾਂ ਨੇ ਕਾਰ ਚਲਾਈ, ਅਜੇ ਤੱਕ ਉਹ ਬੰਦਾ ਹੀ ਨਹੀਂ ਇਹਨਾਂ ਨੂੰ ਨਜ਼ਰ ਆਉਣ ਦਿੱਤਾ। 2 ਦਿਨ ਵਿਖਾਇਆ, ਤੀਜੇ ਦਿਨ ਉਹਨਾਂ ਗਾਇਬ ਹੀ ਕਰ ਦਿੱਤਾ ਹੈ। ਪਾਣੀ ਵਾਲੀ ਕਾਰ? ਹਾਂ, ਕਰਾਚੀ ਦੇ ਵਿੱਚੋਂ। ਓਏ ਉਹ ਤੇ ਇਸ ਤੋਂ ਗਾਇਬ ਕੀਤਾ ਵੀ ਕਿਤੇ ਉਹ ਕਾਰ ਬੱਚਿਆਂ ਦੇ ਹੱਥੇ ਆ ਗਈ ਤੇ ਨਾ ਮੁਰਾਦ ਟੂਟੀਆਂ ਪੈਪ ਤੋੜ ਕੇ ਕਾਰਪੋਰੇਸ਼ਨ ਦੇ ਤੇ ਗੱਡੀ 'ਚ ਪਾਣੀ ਪਾ ਕੇ ਤੇ ਭਜਾਈ ਰੱਖਣਗੇ, ਐਕਸੀਡੈਂਟ ਕਰਦੇ ਰਹਿਣਗੇ। ਉਹ ਸਰ ਜੀ, ਉਹਨੇ 50,000 ਰੁਪਇਆ ਦੱਸਿਆ ਸੀ, ਉਸ ਤੋਂ ਬਾਅਦ ਇੱਕ ਵਾਰੀ ਇੰਟਰਵਿਊ ਦਿੱਤਾ, ਉਸ ਤੋਂ ਬਾਅਦ ਬੰਦਾ ਹੀ ਗਾਇਬ ਹੋ ਗਿਆ ਹੈ। ਯਾਨੀ 50,000 ਰੁਪਏ ਦੀ ਗੱਡੀ ਸੀ ਉਹ? ਗੱਡੀ 50,000 ਲੱਗਦਾ ਸੀ। ਓਏ ਸਾਲਿਆ, ਤੈਨੂੰ ਕੀ ਪਤਾ? ਤੈਨੂੰ ਪਤਾ ਸਾਡੇ ਫਨਕਾਰਾਂ ਦੇ ਜਿਹੜੇ ਚੁਕਨੈਜ਼ਰ ਨੇ, ਹੈਲਪਰ, ਉਹ ਇਹ ਹੀ ਇੱਕ ਫੰਕਸ਼ਨ ਦੇ ਵਿੱਚੋਂ 50,000 ਦੀ ਫੱਟੀ ਲਾ ਲੈਂਦੇ ਨੇ। ਇਹਨਾਂ ਨੇ ਲੈ ਲੈਣੀ ਸੀ ਉਹ ਗੱਡੀ। ਉਹ ਸਰ ਜੀ, ਤੁਹਾਨੂੰ ਜਿਹੜੀ ਗੱਲ ਦੱਸੀ ਹੈ ਨਾ, ਹਕੂਮਤ ਆਪਣੀ ਕੁਛ ਨਹੀਂ ਕਰ ਰਹੀ। ਇੱਥੇ ਜਿਹੜਾ ਕੋਈ ਕਾਰੋਬਾਰ ਅੱਛਾ ਕਰਦਾ ਹੈ ਨਾ, ਜਿਹੜਾ ਪਾਣੀ ਨਾਲ ਚਲਾਉਂਦਾ, ਤੇ ਉਹਨੂੰ ਪਹਿਲੇ ਗੜੁੱਪ ਕੇ ਅੰਦਰ ਕਰ ਦਿੰਦੇ ਨੇ। ਯਾਰ ਮੈਂ ਤੇ ਬੜਾ ਪਰੇਸ਼ਾਨ ਹਾਂ, ਗਰੀਬ ਆਦਮੀ ਤਾਂ ਕੀ ਬਣੇਗਾ? ਉਹਦੀ ਰੋਟੀ ਪੂਰੀ ਨਹੀਂ ਹੋ ਰਹੀ, ਉੱਤੋਂ ਕਰਪਸ਼ਨ ਹੈ ਕਿ ਕਾਬੂ ਨਹੀਂ ਆ ਰਹੀ। ਮੇਰੀ ਗੱਲ ਸੁਣ, ਕੀ ਨਿਕਲਿਆ 3 ਸਾਲਾਂ ਦੇ ਵਿੱਚ? ਰੁਪਈਆ ਇੱਕ ਨਹੀਂ ਨਿਕਲਿਆ, ਉਲਟਾ ਸਾਡੀ ਜੇਬ 'ਚ ਜਿਹੜੇ ਹੈ ਸਨ ਕੋਈ 5-10 ਦੇ ਠੀਪੇ ਰਹਿ ਗਏ ਸਨ, ਉਹ ਵੀ ਲੈ ਲਏ ਇਹਨਾਂ ਨੇ। ਮੈਨੂੰ ਤਾਂ ਸਮਝ ਨਹੀਂ ਆ ਰਹੀ, ਬੇੜਾ ਗਰਕ ਹੋ ਗਿਆ। ਇਸ ਮੁਲਕ ਦਾ ਕੀ ਬਣੇਗਾ? ਹੋ ਸਕਦਾ ਬਿਹਤਰੀ ਹੋ ਜਾਵੇ, ਲੇਕਿਨ ਫਿਲਹਾਲ ਤੇ ਅਸੀਂ ਬਸ ਹਾਏ ਹਾਏ ਹਾਏ। ਹੁਣ ਤੇ ਮੇਰੀ ਬੱਕਰੀ ਨੇ ਮੇਂਗਣਾ ਦੇਣੀਆਂ ਵੀ ਛੱਡ ਦਿੱਤੀਆਂ ਨੇ। ਭੁੱਖ ਨਾਲ ਉਹਦਾ ਹਸ਼ਰ, ਉਹਦੀਆਂ 3 ਪਸਲੀਆਂ ਨਿਕਲ ਆਈਆਂ ਨੇ। ਮੈਨੂੰ ਤੇ ਸਮਝ ਜੀ ਬੱਕਰੀ ਰੱਖੀ ਹੋਈ ਜੇ? ਹੋਰ ਮੈਂ ਕਿਉਂ ਬੱਕਰੀ? ਮੈਂ ਤੁਹਾਡੇ ਤੇ ਟੈਕਸ ਲਵਾਵਾਂਗੇ। ਬਹੁਤ ਅੱਛੇ। ਓਏ ਉਹ 5 ਮੇਂਗਣਾ ਤੋਂ ਬਾਅਦ ਟੈਕਸ ਲੱਗਦਾ, ਉਹਦੀਆਂ ਤੇ 3 ਆਉਂਦੀਆਂ ਨੇ ਭੁੱਖ ਨਾਲ। ਜਿਹੜੇ ਹਾਲਾਤ ਨੇ, ਇਹ ਦੱਸੋ, ਇਹ ਕਾਰਪੋਰੇਸ਼ਨ ਦੇ ਵਿੱਚ ਆ ਨਹੀਂ ਅੰਡਰ 'ਚ ਬੱਕਰੀ ਰੱਖੀ ਜੇ? ਆਹੋ, ਇਹਨੂੰ ਲੁਕਾ ਕੇ ਰੱਖੋ, ਨਹੀਂ ਤੇ ਇਹਦੇ ਤੇ ਵੀ ਟੈਕਸ ਲੱਗ ਜਾਣਾ ਜੇ। ਬਹੁਤ ਅੱਛੇ। ਮੈਂ ਇਹਨੂੰ ਆਪਣੇ ਕਮਰੇ 'ਚ ਬੰਦ ਕਰਦੇ ਲੁਕਾ ਕੇ ਰੱਖੋ। ਓਏ ਸਾਲਿਆ, ਜਾਨਵਰ ਹੈ, ਆਜ਼ਾਦ ਹੈ, ਉਹਦਾ ਕੀ ਟੈਕਸ ਨਾਲ ਤਲਕ ਹੈ? ਜਾਨਵਰ ਦਾ ਕੀ ਤਲਕ ਟੈਕਸ ਦੇ ਨਾਲ? ਸਰ ਜੀ, ਉਹਨਾਂ ਨੇ ਗਰੀਬ ਭੁੱਖਾ ਮਾਰਨਾ ਹੈ ਨਾ, ਇਸ ਤਰ੍ਹਾਂ ਹੀ ਮਾਰਨਾ ਹੈ। ਠੀਕ ਹੈ, ਯਾਨੀ ਗਰੀਬ ਨੂੰ ਮਾਰ ਦਿਓ ਤੇ ਅੱਗੇ ਜਾਨਵਰ ਦੇ ਮਾਲਕ ਨੂੰ, ਗਰੀਬ ਨੂੰ, ਉਹਨੂੰ ਵੀ ਮਾਰ ਦਿਓ। ਦੋਵਾਂ ਨੂੰ ਮਾਰੋ। ਯਾ ਅੱਲਾ ਮੇਰੇ ਹਾਲ ਤੇ ਰਹਿਮ ਕਰੀ ਮੇਰੇ ਮਾਲਿਕ। ਇਸ ਵੇਲੇ ਤੇ ਕੋਈ ਸ਼ੈ ਸਲਾਮਤ ਨਹੀਂ। ਦੋਸਤੋ ਜ਼ਰਾ ਗੌਰ ਕਰਨਾ ਮੇਰੀਆਂ ਗੱਲਾਂ ਤੇ, ਬੜੀ ਮਿਹਰਬਾਨੀ।